डॉक्टर रवि गर्ग, डायरैक्टर पायनियर इमीग्रेशन, कैनेडा गौरमेंट ते कैनेडा अंबैसी वालों मंजूर शुदा एजुकेशन ते इमीग्रेशन कंसलटेंट। सारिਆਂ ਨੂੰ नमस्कार, सत श्री अकाल, गुड मॉर्निंग। इस वक्त ਆਪਾਂ लाइव ਜਿਹੜਾ ਸੈਸ਼ਨ ਕਰਦੇ ਪਏ ਹਾਂ ਚੰਡੀਗੜ੍ਹ ਆਫਿਸ ਤੋਂ। 30 ਜੁਲਾਈ ਸੈਮੀਨਾਰ ਦਾ ਦਿਨ ਸੀਗਾ। ਇੱਥੇ ਮੈਂ ਕਲਾਇੰਟਸ ਨੂੰ ਮਿਲਦਾ ਪਿਆ ਹੈਗਾ ਔਰ ਖਾਸ ਤੌਰ ਤੇ ਐਪਲੀਕੇਸ਼ਨ ਡੇ ਹੈਗਾ। ਜਿਹੜੇ ਚੰਗੇ ਕੇਸਿਸ ਹੋਣਗੇ ਉਹਨਾਂ ਨੂੰ ਐਪਲੀਕੇਸ਼ਨ ਫੀਸ ਵੇਵਰ। ਔਰ ਇਸ ਵਕਤ ਤਕਰੀਬਨ 1 ਮਹੀਨੇ ਤੋਂ ਪਾਇਨੀਅਰ ਇਮੀਗ੍ਰੇਸ਼ਨ ਦੀ ਵੱਲੋਂ ਸਕੋਲਰਸ਼ਿਪ ਦੀ ਜਿਹੜੀ ਹੈ ਗਿਫਟ ਦਿੱਤਾ ਜਾ ਰਿਹਾ। ਸਾਰੇ ਸਟੂਡੈਂਟਸ ਜਿਹੜੇ ਸਾਡੀਆਂ ਸਰਵਿਸਿਜ਼ ਹਾਇਰ ਕਰਦੇ ਪਏ ਨੇ $500 ਤੋਂ ਲੈ ਕੇ $5000 ਤੱਕ ਦਾ ਡਰਾ ਨਿਕਲੇਗਾ। ਔਰ ਜਿੰਨਾ ਵੀ ਉਹ ਜਿਹੜਾ ਤੁਹਾਡਾ ਸਟੂਡੈਂਟ ਦਾ ਸਕੋਲਰਸ਼ਿਪ ਆਏਗਾ, ਔਰ ਇਹ ਸਾਰਿਆਂ ਵਾਸਤੇ, ਭਾਵੇਂ ਰਿਫਿਊਜ਼ਡ ਕੇਸਿਸ ਨੇ, ਭਾਵੇਂ 1 2 3 4 ਵਾਰ ਰਿਫਿਊਜ਼ਡ ਕੇਸਿਸ ਨੇ, ਜਿਨ੍ਹਾਂ ਦਾ ਕੇਸ ਅਸੀਂ ਐਕਸੈਪਟ ਕਰ ਲਿਆ, ਲੈ ਲਿਆ, ਉਹਨਾਂ ਦੇ ਜਿਹੜਾ ਸਕੋਲਰਸ਼ਿਪ ਉਹਨਾਂ ਨੂੰ ਆਫਰ ਕੀਤਾ ਜਾਏਗਾ। ਵੀਜ਼ਾ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਨੂੰ ਇਹ ਸਕੋਲਰਸ਼ਿਪ ਦਿੱਤਾ ਜਾਏਗਾ। ਔਰ ਕੰਪਨੀ ਦੀ ਫੀਸ, ਚੰਗੇ ਜਿਹੜੇ ਕੇਸਿਸ ਨੇ, ਚੰਗੇ ਮਾਰਕਸ ਨੇ, ਉਹਨਾਂ ਨੂੰ ਕੰਪਨੀ ਦੀ ਫੀਸ ਕੋਈ ਨਹੀਂ ਲਿੱਤੀ ਜਾ ਰਹੀ ਇਸ ਵਕਤ। ਜਿਹੜੇ ਰਿਫਿਊਜ਼ਡ ਕੇਸਿਸ ਨੇ ਜਾਂ ਵੀਕ ਕੇਸਿਸ ਨੇ, ਉਹਨਾਂ ਕੋਲੋਂ ਕੁਛ ਫੀਸ ਕੰਪਨੀ ਲੈ ਸਕਦੀ ਹੈਗੀ ਹੈ। ਸੋ ਵੈਲਕਮ। ਅੱਜ 30 ਤਰੀਕ ਨੂੰ, 30 ਜੁਲਾਈ ਨੂੰ ਚੰਡੀਗੜ੍ਹ, ਔਰ 6 ਅਗਸਤ ਨੂੰ ਜਲੰਧਰ ਦੇ ਵਿੱਚ ਮੈਂ ਮਿਲੂੰਗਾ ਸਟੂਡੈਂਟਸ, ਪੇਰੈਂਟਸ, ਕਲਾਇੰਟਸ ਨੂੰ। ਵਿਜ਼ਟਰ ਵੀਜ਼ਾ ਵਾਲੇ ਵੀ ਮਿਲ ਸਕਦੇ ਆ, ਸੁਪਰ ਵੀਜ਼ਾ, ਸਪਾਊਸ ਵੀਜ਼ਾ ਵਾਲੇ ਵੀ ਮਿਲ ਸਕਦੇ ਹੈਗੇ ਨੇ। 6 ਅਗਸਤ ਨੂੰ ਜਲੰਧਰ ਅਗੇਨ ਸੇਮ ਸਕੋਲਰਸ਼ਿਪ ਦਾ ਡਰਾ ਅਸੀਂ ਉੱਥੇ ਕੱਢਾਂਗੇ। ਜਿਹੜੇ ਵੀ ਪਿੱਛੇ ਸਾਰੇ ਆਫਿਸਿਸ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਜਾਂ ਨੇ ਸਾਡੀ ਸਰਵਿਸਿਜ਼ ਹਾਇਰ ਕੀਤੀਆਂ ਹੋਣਗੀਆਂ, ਉਹਨਾਂ ਨੂੰ ਸਕੋਲਰਸ਼ਿਪ ਦਾ ਡਰਾ ਕੱਢਾਂਗੇ। ਐਪਲੀਕੇਸ਼ਨ ਫੀਸ ਵੇਵਰ ਵੀ ਹੋਏਗੀ ਔਰ ਕੰਪਨੀ ਦੀ ਅਗੇਨ ਫੀਸ ਜਿਹੜੀ ਹੈ ਚੰਗੇ ਕੇਸਿਸ ਕੋਲੋਂ ਅਸੀਂ ਨਹੀਂ ਲੈ ਰਹੇ। ਸਟੱਡੀ ਵੀਜ਼ਾ ਦਾ ਇਸ ਵਕਤ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਤਕਰੀਬਨ 3 ਮਹੀਨੇ ਚੱਲਦਾ ਪਿਆ ਹੈਗਾ। ਜਿਨ੍ਹਾਂ ਦੀ ਫਾਈਲਸ ਆਲਰੇਡੀ ਅੰਬੈਸੀ 'ਚ ਲੱਗੀਆਂ ਹੋਈਆਂ ਨੇ, ਉਹ ਆਪਣਾ ਡੇਟ ਜਿਹੜਾ ਹੈ ਉਹ ਦੇਖ ਲੈਣ। 90 ਦਿਨ ਦਾ ਮਤਲਬ 3 ਮਹੀਨੇ ਤੋਂ ਪਹਿਲਾਂ ਉਹ ਐਕਸਪੈਕਟ ਨਾ ਕਰਨ। ਬਾਰ-ਬਾਰ ਆਪਣੇ ਕੰਸਲਟੈਂਟ ਨੂੰ ਜਾਂ ਸਾਡੇ ਕੋਲ ਜਿਹੜੀਆਂ ਫਾਈਲਸ ਲੱਗੀਆਂ ਉਹਨਾਂ ਨੂੰ ਵੀ ਬਾਰ-ਬਾਰ ਨਾ ਪੁੱਛਣ, ਟੈਨਸ਼ਨ ਨਾ ਲੈਣ, ਅਪਸੈਟ ਨਾ ਹੋਣ ਕਿ ਵੀ ਬਹੁਤ ਟਾਈਮ ਹੋ ਗਿਆ, ਕਿਉਂਕਿ 3 ਮੰਥਸ ਦਾ ਪ੍ਰੋਸੈਸਿੰਗ ਟਾਈਮ ਤਾਂ ਜ਼ਿਆਦਾਤਰ ਕੇਸਿਸ ਨੂੰ 99% ਨੂੰ ਲੱਗਦਾ ਹੀ ਪਿਆ। ਸੋ ਇਹ ਡੇਟ ਜਿਹੜੀ ਹੈ 3 ਮਹੀਨਾ ਟੱਪਣ ਤੋਂ ਬਾਅਦ ਹੀ ਪੁੱਛਣਾ ਚਾਹੀਦਾ ਹੈਗਾ ਆਪਣੇ ਕੰਸਲਟੈਂਟ ਨੂੰ। ਔਰ ਸਪਾਊਸ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ 4 to 6 ਮੰਥਸ। ਅੱਛਾ ਸਕਸੈਸ ਰੇਟ ਚੱਲਦਾ ਪਿਆ ਸਪਾਊਸ ਵੀਜ਼ਾ ਦਾ। ਔਰ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ ਦਾ ਸਕਸੈਸ ਰੇਟ ਵੀ ਬੜਾ ਚੰਗਾ ਚੱਲਦਾ ਪਿਆ ਹੈਗਾ। ਅਗੇਨ 4 to 6 ਮੰਥਸ ਵਿਜ਼ਿਟਰ ਵੀਜ਼ਾ ਦੀ ਜਿਹੜੀ ਫਾਈਲਸ ਨੇ। ਖਾਸ ਤੌਰ 'ਤੇ ਸਟੂਡੈਂਟਸ ਜਿਹੜੇ ਗਏ ਹੋਏ ਨੇ ਪੜ੍ਹਨ ਵਾਸਤੇ, ਉਹਨਾਂ ਦੇ ਪੇਰੈਂਟਸ ਨੂੰ ਮੇਰੀ ਖਾਸ ਸਲਾਹ ਕਿ ਜ਼ਰੂਰ ਵਿਜ਼ਿਟਰ ਵੀਜ਼ਾ, ਜਦੋਂ ਸਟੂਡੈਂਟ ਚਲਾ ਜਾਂਦਾ ਕੈਨੇਡਾ ਦੇ ਵਿੱਚ, ਉਸ ਤੋਂ ਬਾਅਦ ਪੇਰੈਂਟਸ ਨੂੰ ਖਾਸ ਤੌਰ 'ਤੇ ਜ਼ਰੂਰ ਵਿਜ਼ਿਟਰ ਵੀਜ਼ਾ ਲਗਵਾ ਲੈਣਾ ਚਾਹੀਦਾ। ਕਿਉਂਕਿ ਇਹ ਕਿ ਉੱਥੇ ਜਿਹੜੀ ਮੇਰੇ ਐਕਸਪੀਰੀਅੰਸ ਦੇ ਨਾਲ ਮੈਂ ਦੇਖਿਆ ਕਿ ਕੁਛ ਸਟੂਡੈਂਟਸ ਨੂੰ ਕਦੇ ਕੋਈ ਉੱਥੇ ਬਿਮਾਰ ਹੋ ਜਾਏ, ਕੋਈ ਤਕਲੀਫ ਹੋ ਜਾਏ, ਅਤੇ ਪੇਰੈਂਟਸ ਦਾ ਵਿਜ਼ਿਟਰ ਵੀਜ਼ਾ ਆਲਰੇਡੀ ਲੱਗਿਆ ਹੋਵੇ ਅਤੇ ਉਹਨਾਂ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ 2 3 4 ਮਹੀਨੇ ਆਮ ਇਹ ਵਿਜ਼ਿਟਰ ਵੀਜ਼ਾ ਨੂੰ ਲੱਗ ਜਾਂਦੇ ਨੇ। ਔਰ ਅਗਰ ਤਕਲੀਫ ਕੋਈ ਹੋਏ ਤਾਂ ਫਿਰ ਆਪਾਂ ਉਦੋਂ ਲਾਵਾਂਗੇ ਅਤੇ ਟਾਈਮ ਲੱਗ ਜਾਏਗਾ ਜਾਣ ਵਾਸਤੇ। ਡੈਫਰਮੈਂਟ, ਜਦੋਂ ਕਿਸੇ ਦਾ ਰਿਜ਼ਲਟ ਨਹੀਂ ਆਉਂਦਾ ਔਰ ਡੈਫਰਮੈਂਟ ਕਰਦੇ ਹੈਗੇ ਆਪਾਂ, ਅਤੇ ਮੈਂ ਦੇਖਿਆ ਕਿ ਕਈ ਵਾਰੀ ਫੀਸ $500 $1000 ਵੱਧ ਕੇ ਆਉਂਦੀ ਹੈਗੀ ਹੈ। ਡੈਫਰਮੈਂਟ, ਜਦੋਂ ਡੈਫਰਡ ਆਫਰ ਲੈਟਰ ਆਉਂਦੀ ਹੈ, ਉਸ 'ਤੇ ਫੀਸ ਵੱਧ ਕੇ ਆਏਗੀ। ਉਹ ਸਟੂਡੈਂਟ ਨੂੰ ਪੇ ਕਰਨੀ ਪਏਗੀ। ਅਗਰ ਆਪਾਂ ਨਹੀਂ ਪੇ ਕਰਾਂਗੇ, ਸਟੂਡੈਂਟ ਨਹੀਂ ਪੇ ਕਰੇਗਾ, ਅਤੇ ਫੀਸ ਘੱਟ ਹੋਣ ਦੀ ਵਜ੍ਹਾ ਨਾਲ ਕਈ ਵਾਰੀ ਕਾਲਜਿਸ ਸੀਟ ਕੈਂਸਲ ਕਰ ਦਿੰਦੇ ਨੇ। ਸੋ ਸਾਡੇ ਜਿਹੜੇ ਕਾਉਂਸਲਰ ਨੇ, ਮੈਨੇਜਰ ਨੇ, ਉਹਨਾਂ ਦੀ ਸਲਾਹ ਦੇ ਮੁਤਾਬਕ ਚੱਲਣਾ ਹੈਗਾ। ਡੈਫਰਮੈਂਟ ਡੈਡਲਾਈਨ ਦਾ ਧਿਆਨ ਰੱਖਣਾ ਹੈਗਾ, ਕਿਉਂਕਿ ਇਸ ਵਕਤ ਜਿਹੜਾ ਕਾਲਜਿਸ ਦੀ ਡੈਫਰਮੈਂਟ ਰਿਫੰਡ ਦੀ ਡੈਡਲਾਈਨਸ ਜਿਹੜੀਆਂ ਕਾਲਜ ਦੀ ਵੈਬਸਾਈਟ 'ਤੇ ਆਪਾਂ ਦੇਖ ਸਕਦੇ ਹੈਗੇ ਆ। ਸਟੂਡੈਂਟ ਦੀ ਈਮੇਲ ਆਈਡੀ ਜਿਹੜੀ ਭੇਜੀ ਹੁੰਦੀ ਹੈ ਸਟੂਡੈਂਟਸ ਨੇ ਕਾਲਜ ਨੂੰ, ਰਜਿਸਟਰਡ ਈਮੇਲ ਆਈਡੀ ਜਦੋਂ ਐਪਲੀਕੇਸ਼ਨ ਪਾਈ ਹੁੰਦੀ ਹੈ ਉੱਥੇ, ਜਾਂ ਕਾਲਜਿਸ ਦੀ ਜਿਹੜੇ ਐਪਸ ਨੇ ਉਹ ਸਟੂਡੈਂਟ ਨੂੰ ਡਾਊਨਲੋਡ ਕਰ ਲੈਣੀ ਚਾਹੀਦੀ ਹੈਗੀ ਆ। ਉੱਥੇ ਕਾਲਜਿਸ ਮੈਸੇਜਿਸ ਭੇਜਦੇ ਆ, ਡੈਫਰਮੈਂਟ ਡੈਡਲਾਈਨ, ਰਿਫੰਡ ਡੈਡਲਾਈਨ
ਉਹਦੇ 'ਤੇ ਮੈਂਸ਼ਨਡ ਹੁੰਦੀ ਹੈ। ਅਲੱਗ-ਅਲੱਗ ਕਾਲਜਿਸ ਦੇ ਅਲੱਗ-ਅਲੱਗ ਰਿਫੰਡ ਡੈਡਲਾਈਨਸ। ਕਈ ਕਾਲਜਿਸ ਕਹਿੰਦੇ ਨੇ ਕਿ ਤੁਹਾਡਾ ਜਦੋਂ ਕੇਸ ਰਿਫਿਊਜ਼ ਹੋਏ ਤੇ ਉਸ ਤੋਂ ਬਾਅਦ 5 ਦਿਨ ਦੇ ਅੰਦਰ ਅੰਦਰ ਤੁਸੀਂ ਰਿਕੁਐਸਟ ਜਿਹੜੀ ਹੈ ਰਿਫੰਡ ਦੀ ਪਾ ਦੇਣੀ ਹੈ। ਕੁਝ ਕਾਲਜਿਸ ਕਹਿੰਦੇ ਨੇ 1 ਹਫ਼ਤਾ, ਕੁਝ ਕਾਲਜਿਸ ਕਹਿੰਦੇ ਨੇ 10 ਦਿਨ। ਸੋ ਇਹ ਇਸ ਗੱਲ ਦਾ ਰਿਫਿਊਜ਼ਲ ਤੋਂ ਬਾਅਦ ਇਮੀਡੀਏਟਲੀ ਧਿਆਨ ਰੱਖਣਾ ਹੈਗਾ ਕਿ ਆਪਾਂ ਜਾਂ ਤਾਂ ਡੈਫਰਮੈਂਟ ਪਾ ਦੇਣੀ ਹੈਗੀ ਹੈ ਜੇ ਕਾਲਜ ਅਲਾਉਡ ਕਰਦਾ ਹੈ, ਨਹੀਂ ਤਾਂ ਰਿਫੰਡ ਪਾਉਣਾ ਪੈਣਾ ਅਤੇ ਉਹਦੀ ਡੈਡਲਾਈਨ ਦਾ ਧਿਆਨ ਰੱਖਣਾ ਹੈ। ਇਸੇ ਤਰੀਕੇ ਨਾਲ ਡੈਫਰਮੈਂਟ ਜਿਹੜੀ ਹੈ ਉਹਦੀ ਵੀ ਡੈਡਲਾਈਨ ਹੈਗੀ ਹੈ। ਕੁਝ ਦੇ ਰਿਜ਼ਲਟਸ ਨਹੀਂ ਆਉਂਦੇ ਟਾਈਮ ਸਿਰ ਅਤੇ ਉਹਨਾਂ ਦੀ VCC ਦੀ ਤਕਰੀਬਨ 1.5 ਮਹੀਨਾ ਪਹਿਲਾਂ ਸੀਗੀ, ਥੋੜ੍ਹੀ ਜਿਹੀ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ। ਲੇਕਿਨ ਔਰ MITT ਜਿਹੜੀ ਹੈ ਮੈਨੀਟੋਬਾ ਇੰਸਟੀਚਿਊਟ ਆਫ ਟ੍ਰੇਡ ਐਂਡ ਟੈਕਨੋਲੋਜੀ ਦੀ ਤਕਰੀਬਨ 4 ਵੀਕਸ ਹੁੰਦੀ ਹੈ ਡੈਫਰਮੈਂਟ ਡੈਡਲਾਈਨ। ਸੋ ਇਹ ਅਲੱਗ-ਅਲੱਗ ਜਿਹੜੀ ਕਾਲਜਿਸ ਦੀ ਅਲੱਗ-ਅਲੱਗ ਡੈਫਰਮੈਂਟ ਡੈਡਲਾਈਨਸ, ਉਹਨਾਂ ਦਾ ਧਿਆਨ ਰੱਖ ਕੇ ਆਪਾਂ ਡੈਫਰਮੈਂਟ ਵਾਸਤੇ ਰਿਕੁਐਸਟ ਕਾਲਜ ਨੂੰ ਪਾਉਣੀ ਹੈ ਜੇ ਆਪਣਾ ਰਿਜ਼ਲਟ ਨਹੀਂ ਆਇਆ। ਰਿਫਿਊਜ਼ਲ ਜਿਹੜੀ ਹੈ ਅੱਗੇ ਜਿਹੜਾ ਸਕਸੈਸ ਰੇਟ 80 to 90% ਹੁੰਦਾ ਵੀਜ਼ਾ ਦਾ, ਇਸ ਵਕਤ 55, 60, 65% ਦੇ ਕਰੀਬ ਆਇਆ ਹੋਇਆ ਹੈਗਾ। ਸਾਰੇ ਇੰਡੀਆ ਦੇ ਵਿੱਚ ਜਿਹੜੇ RCIC ਦਾ ਮਤਲਬ ਜਿਹੜੇ CICC ਮੈਂਬਰ ਦਾ ਮਤਲਬ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਤੋਂ ਮਨਜ਼ੂਰਸ਼ੁਦਾ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ CICC ਦੇ ਮੈਂਬਰ ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਨਾਮ ਔਰ ਪਾਇਨੀਅਰ ਇਮੀਗ੍ਰੇਸ਼ਨ 2003 ਤੋਂ ਤੁਹਾਡੀਆਂ 100% ਓਨੈਸਟੀ ਟਰਾਂਸਪੇਰੈਂਸੀ ਦੇ ਨਾਲ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੇਵਾਵਾਂ ਕਰਦੀ ਆ ਰਹੀ ਹੈ। ਔਰ ਸਾਡੇ RCIC ਜਿੰਨੇ ਵੀ ਹੈਗੇ ਸਾਡੀਆਂ ਮੀਟਿੰਗਸ ਹੁੰਦੀਆਂ ਰਹਿੰਦੀਆਂ, ਉਸ ਦੇ ਵਿੱਚ ਰੀਸੈਂਟਲੀ ਡਿਸਕਸ ਹੋਇਆ ਕਿ ਕੈਨੇਡਾ ਅੰਬੈਸੀ ਦੇ ਵਿੱਚ ਐਪਲੀਕੇਸ਼ਨਸ ਬਹੁਤ ਜ਼ਿਆਦਾ ਨੇ ਕਿਉਂਕਿ ਕਰੋਨਾ ਦੇ ਵਿੱਚ 2-2.5 ਸਾਲ ਜਿਹੜਾ ਹੈ ਕੈਨੇਡਾ ਖੁੱਲ੍ਹਾ ਰਿਹਾ, ਕੈਨੇਡਾ ਦਾ ਵੀਜ਼ਾ ਪ੍ਰੋਸੈਸ ਚੱਲਦਾ ਰਿਹਾ। ਆਸਟ੍ਰੇਲੀਆ, ਨਿਊਜ਼ੀਲੈਂਡ ਬਿਲਕੁਲ ਬੰਦ ਰਹੇ ਔਰ ਕੈਨੇਡਾ ਨੇ ਫਾਈਨੈਂਸ਼ੀਅਲ ਹੈਲਪ ਵੀ ਬਹੁਤ ਕੀਤੀ ਕਰੋਨਾ ਦੇ ਵਿੱਚ ਔਰ ਕਈ ਤਰ੍ਹਾਂ ਦੀ ਜਿਹੜੀ ਹੈ ਸਪੋਰਟ ਕੀਤੀ ਇੰਟਰਨੈਸ਼ਨਲ ਸਟੂਡੈਂਟਸ ਨੂੰ। PR ਵੀ ਬੜੀ ਸੌਖੀ ਦਿੱਤੀ ਉਹਨਾਂ ਨੂੰ, ਇੰਟਰਨੈਸ਼ਨਲ ਸਟੂਡੈਂਟਸ ਨੂੰ ਪਬਲਿਕ ਪਾਲਿਸੀ ਦੇ ਅੰਦਰ। ਸੋ ਲੋਕਾਂ ਦੀ ਪਹਿਲੀ ਪਸੰਦ ਜਿਹੜੀ ਕੈਨੇਡਾ ਔਰ ਬਹੁਤ ਜ਼ਿਆਦਾ ਐਪਲੀਕੇਸ਼ਨਸ ਕੋਟਾ ਤੋਂ ਜਿੰਨਾ ਉਹ ਦੇਣਾ ਚਾਹੁੰਦੇ ਨੇ ਵੀਜ਼ਾ ਸਟੂਡੈਂਟਸ ਉਸ ਤੋਂ ਬਹੁਤ ਜ਼ਿਆਦਾ। ਸੋ 5.5 ਨੂੰ ਵੀ ਵੀਜ਼ਾ ਨਹੀਂ ਦੇ ਰਹੇ। ਧਿਆਨ ਰੱਖਣਾ ਹੈ ਕਿ ਜਿਨ੍ਹਾਂ ਦੇ ਕਿਸੇ ਮੋਡਿਊਲ ਦੇ ਵਿੱਚ 5.5 ਨੇ ਉਹ ਆਪਣੀ ਇੰਪਰੂਵ ਕਰਕੇ ਹੀ ਫਾਈਲ ਲਾਉਣ ਅੰਬੈਸੀ ਦੇ ਵਿੱਚ। 6 ਜਾਂ ਹਾਇਰ ਹੋਣਾ ਚਾਹੀਦਾ ਹੈ। PTE ਦਾ ਸਕਸੈਸ ਰੇਟ ਥੋੜ੍ਹਾ ਜਿਹਾ ਘੱਟ ਹੈ, ਬੈਟਰ ਹੈ। ਆਈਲੈਟਸ ਜਿਹੜੀ ਪ੍ਰੈਫਰਡ ਹੈਗੀ ਹੈ ਔਰ ਜਿਨ੍ਹਾਂ ਦਾ 1 'ਚ 5.5 ਨੇ ਉਹ ਬੈਟਰ ਹੈ ਕਿ ਆਈਲੈਟਸ ਜਨਰਲ ਕਰ ਲੈਣ ਔਰ ਰਾਈਟਿੰਗ ਅਤੇ ਸਪੀਕਿੰਗ ਵਿੱਚ ਅਗਰ 5.5 ਹੈਗੀ ਹੈ ਅਤੇ ਉਹ ਵੀ 5.5 ਜੇ ਹੈਗੀ ਹੈ ਕਿਸੇ ਦੀ ਅਤੇ ਆਈਲੈਟਸ ਜਨਰਲ ਕਰ ਲੈਣ। ਆਈਲੈਟਸ ਜਨਰਲ ਵੀ ਅੰਬੈਸੀ ਨੂੰ ਐਕਸੈਪਟੇਬਲ ਹੁੰਦੀ ਹੈਗੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਸੋ ਰਿਫਿਊਜ਼ਲ ਰੇਟ ਇਸ ਵਕਤ ਜਿਹੜਾ ਸਕਸੈਸ ਰੇਟ ਘਟਿਆ ਹੈ, ਰਿਫਿਊਜ਼ਲਾਂ ਕਾਫੀ ਸਾਰੇ ਇੰਡੀਆ 'ਚ ਆ ਰਹੀਆਂ। ਸਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਇਸ ਤਰ੍ਹਾਂ ਦੇ ਆ ਰਹੇ ਨੇ ਜਿਨ੍ਹਾਂ ਦੀ ਰਿਫਿਊਜ਼ਲਾਂ ਹੋਈਆਂ ਔਰ ਚੰਗੇ ਚੰਗੇ ਕੇਸਿਸ ਦੀ ਵੀ ਅੰਬੈਸੀ ਰਿਫਿਊਜ਼ਲਾਂ ਕਰਦੀ ਪਈ ਹੈ। ਸੋ ਉਸ ਦੇ ਵਿੱਚ ਚਿੰਤਾ ਕਰਨ ਦੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਜਿਸ ਤਰ੍ਹਾਂ ਮੈਂ ਸੈਮੀਨਾਰਸ ਦੇ ਵਿੱਚ ਮਿਲਦਾ ਪਿਆ, ਅੱਜ ਚੰਡੀਗੜ੍ਹ ਆਫਿਸ ਔਰ 6 ਅਗਸਤ ਨੂੰ ਜਲੰਧਰ ਆਫਿਸ ਔਰ ਉਸ ਤੋਂ ਬਾਅਦ ਜਲਦੀ ਹੀ ਬਾਕੀ ਆਫਿਸਿਸ ਦੇ ਵਿੱਚ, ਬਾਕੀ ਸ਼ਹਿਰਾਂ ਦੇ ਵਿੱਚ ਵੀ ਸੈਮੀਨਾਰਸ ਦੀ ਡੇਟਸ ਅਸੀਂ ਅਨਾਊਂਸ ਕਰਾਂਗੇ। ਉੱਥੇ ਮੈਂ ਆਪ ਮਿਲੂੰਗਾ, ਮੇਰੀ ਟੀਮ ਮਿਲੂਗੀ ਔਰ ਰਿਫਿਊਜ਼ਲ ਵਾਲੇ ਕੇਸਿਸ ਦੇ ਹੱਲ ਦੇਖ ਕੇ ਔਰ ਉਹਨਾਂ ਦਾ ਅਸੀਂ ਅਪਲਾਈ ਦੁਬਾਰਾ ਕਰਾਂਗੇ। ਮੋਸਟ ਰਿਫਿਊਜ਼ਡ ਕੇਸਿਸ ਦੇ ਅਸੀਂ ਵੀਜ਼ਾ ਲੈ ਲੈਂਦੇ ਹਾਂ, ਕੋਈ ਚਿੰਤਾ ਦੀ ਜ਼ਰੂਰਤ ਨਹੀਂ ਹੈ। ਅਗੇਨ ਕਿ ਚੰਗੇ ਕੇਸਿਸ ਕੋਲੋਂ ਸਾਡੀ ਕੰਪਨੀ ਕੋਈ ਫੀਸ ਨਹੀਂ ਲੈਂਦੀ। 2003 ਤੋਂ ਆਲਮੋਸਟ 20 ਈਅਰਸ ਦੀ ਸਰਵਿਸਿਜ਼, 100% ਓਨੈਸਟੀ ਔਰ ਐਕਸਪਰਟੀਜ਼ ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਨਾਮ cic.gc.ca ਜਿਹੜੀ ਵੈਬਸਾਈਟ ਹੈ ਕੈਨੇਡਾ ਅੰਬੈਸੀ ਦੀ cic.gc.ca। ਉੱਥੇ ਜਾ ਕੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਲਿਖਾਂਗੇ ਸਰਚ ਬਾਕਸ ਦੇ ਵਿੱਚ ਤੇ ਨਾਮ ਆ ਜਾਏਗਾ। ਸੋ ਉਸ ਦੇ ਬਾਵਜੂਦ ਕਿਉਂਕਿ ਅਸੀਂ ਲੀਗਲੀ ਆਥੋਰਾਈਜ਼ਡ ਅਫੀਸ਼ੀਅਲ ਰਿਪਰੈਜ਼ੈਂਟੇਟਿਵ ਹੈਗੇ ਹਾਂ ਸਾਰੇ ਕਾਲਜਿਸ ਇੰਸਟੀਟਿਊਸ਼ਨਸ ਦੇ ਕੈਨੇਡੀਅਨ, ਅਤੇ ਅਸੀਂ ਜਿਹੜੀ ਹੈ ਫੀਸ ਜਿਹੜੇ ਨਏ ਕੇਸਿਸ ਨੇ, ਚੰਗੇ ਕੇਸਿਸ ਨੇ, ਉਹਨਾਂ ਕੋਲੋਂ ਨਹੀਂ ਲੈਂਦੇ। ਵੈਲਕਮ। ਆਸਟ੍ਰੇਲੀਆ ਵਾਸਤੇ ਵੀ ਸਾਡੇ ਜਿਹੜੇ ਡਾਕਟਰ ਗਗਨਦੀਪ ਕੌਰ ਜੱਜੀ ਨੇ ਉਹ ਮਾਰਾ ਮੈਂਬਰ ਨੇ, ਮਾਰਾ ਏਜੰਟ ਨੇ। ਆਸਟ੍ਰੇਲੀਅਨ ਗੌਰਮੈਂਟ, ਆਸਟ੍ਰੇਲੀਅਨ ਅੰਬੈਸੀ ਤੋਂ ਮਨਜ਼ੂਰਸ਼ੁਦਾ
ਆਸਟ੍ਰੇਲੀਅਨ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਨੇ, ਉਹ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ ਤੇ ਹਰ ਤਰ੍ਹਾਂ ਦੇ ਕੇਸਿਸ ਨੂੰ ਆਪਣੀ ਦੇਖ-ਰੇਖ ਦੇ ਵਿੱਚ ਦੇਖਦੇ ਨੇ। ਵੈਲਕਮ। ਆਸਟ੍ਰੇਲੀਆ ਵੀ ਕਿਸੇ ਨੇ ਜਾਣਾ ਹੋਵੇ ਤੇ ਆਸਟ੍ਰੇਲੀਆ ਵਾਸਤੇ ਵੀ ਜਿਹੜੇ ਆਪਣੇ ਇਨਕੁਆਇਰੀ ਲੈ ਕੇ ਆਪਣੇ ਪ੍ਰੋਫਾਈਲ ਨੂੰ ਸਾਡੇ ਆਫਿਸਿਸ ਦੇ ਵਿੱਚ ਜਾ ਕੇ ਡਿਸਕਸ ਕਰ ਸਕਦੇ ਆ। ਸਾਡੇ ਸਾਰੇ ਆਫਿਸਿਸ ਦੇ ਵਿੱਚ ਕਾਉਂਸਲਰਸ, ਮੈਨੇਜਰਸ ਨਾਲ ਗੱਲ ਕਰ ਸਕਦੇ ਆ। ਵੈਲਕਮ। ਔਰ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਵਾਸਤੇ ਕਾਲ ਕਰਨਾ 70613 70613। ਉੱਥੇ ਅਲੱਗ-ਅਲੱਗ ਆਫਿਸਿਸ ਦੇ ਨੰਬਰ, ਕਾਉਂਸਲਰ ਦੇ ਨੰਬਰ ਔਰ ਦੇ ਕੇ ਤੁਹਾਨੂੰ ਜਿਹੜੀ ਤੁਹਾਡੀ ਪ੍ਰੋਫਾਈਲ ਡਿਸਕਸ ਕਰ ਲਿੱਤੀ ਜਾਏਗੀ। ਅਗਲੇ ਸ਼ਨੀਵਾਰ ਫਿਰ ਦੁਬਾਰਾ ਗੱਲਬਾਤ ਕਰਾਂਗੇ ਨਵੀਆਂ ਗੱਲਾਂ ਬਾਤਾਂ ਨੂੰ ਲੈ ਕੇ। ਮੇਰੇ ਫੇਸਬੁੱਕ ਪੇਜ, ਇੰਸਟਾਗ੍ਰਾਮ, YouTube ਚੈਨਲ ਤੇ ਸਬਸਕ੍ਰਾਈਬ ਕਰਨਾ ਹੈ, ਲਾਈਕ ਕਰਨਾ ਹੈ ਔਰ ਅਲੱਗ-ਅਲੱਗ ਲਾਈਵ ਸੈਸ਼ਨਸ, ਟੀਵੀ ਇੰਟਰਵਿਊਜ਼ ਦੇਖਣੇ ਆ ਗਾਈਡੈਂਸ ਵਾਸਤੇ, ਔਰ ਸ਼ੇਅਰ ਵੀ ਕਰਨੇ ਆ ਤਾਂ ਕਿ ਤੁਹਾਡੇ ਫਰੈਂਡਸ, ਰਿਲੇਟਿਵ ਨੂੰ ਇਹ ਸਾਰੀ ਸੱਚੀ ਸੁੱਚੀ ਚੰਗੀ ਗਾਈਡੈਂਸ ਵਾਲੀ ਇਨਫੋਰਮੇਸ਼ਨ ਪਹੁੰਚ ਸਕੇ। ਧੰਨਵਾਦ। ਸਤਿ ਸ੍ਰੀ ਅਕਾਲ। ਤੇ ਅੱਜ 30 ਜੁਲਾਈ ਨੂੰ ਚੰਡੀਗੜ੍ਹ ਆਫਿਸ ਔਰ 6 ਅਗਸਤ ਨੂੰ ਜਲੰਧਰ ਆਫਿਸ ਦੇ ਵਿੱਚ ਖਾਸ ਤੌਰ ਤੇ ਮੈਂ ਮਿਲਦਾ ਪਿਆ ਤੇ ਮੈਨੂੰ ਮਿਲ ਸਕਦੇ ਹੋ ਆ ਕੇ। ਵੈਲਕਮ। ਧੰਨਵਾਦ ਜੀ।